ਪ੍ਰੇਰਿਤ ਹੋ ਕੇ ਬਣਾ ਰਹੀ ਹੈ। ਉਹਨਾਂ ਨੇ ਸਾਡੇ ਕੋਲ ਪੁੱਛਿਆ ਵੀ, ਜਾਣਨ ਤਾਂ ਇਹਨੇ ਤੁਹਾਡੇ ਤੋਂ ਪੁੱਛਿਆ ਸੀ। ਜਾਣਨ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਇਹਨੂੰ ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋ। ਚਾਹ ਪਿਲਾ ਕੇ, ਪੈਸੇ ਵੰਡ ਕੇ, दारू ਵੰਡ ਕੇ ਅਸੀਂ ਸੰਗਤਾਂ ਨੂੰ ਜਿਸ ਤਰ੍ਹਾਂ ਜਿਹਦਾ ਮੂੰਹ ਉਸ ਤਰ੍ਹਾਂ ਥੱਪੜ ਮਾਰ ਕੇ ਅਸੀਂ ਉਹਨਾਂ ਕੋਲ ਵੋਟ ਲੈ ਲਾਂਗੇ। ਟਾਈਮ ਹੈਜ਼ ਗੋਨ। ਗੁਰਦੁਆਰਾ ਕਮੇਟੀ ਚੋਣਾਂ ਆ ਰਹੀਆਂ ਨੇ, ਤੁਹਾਨੂੰ ਹੁਣ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਟਿਕਟ ਨਾਲ ਨਵਾਜਿਆ ਹੈ। ਕੀ ਕਹਿਣਾ ਚਾਹੋਗੇ ਟਿਕਟ ਮਿਲਣ ਤੋਂ ਬਾਅਦ? ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅੱਜ ਪਹਿਲੇ ਦਿਨ? ਮੈਂ ਸ਼ੁਕਰਾਨਾ ਕਰਦਾ ਆਪਣੇ ਵੱਡੇ ਵੀਰ ਸਰਦਾਰ ਪਰਮਜੀਤ ਸਿੰਘ ਸਰਨਾ ਜੀ ਦਾ, ਜਿਨ੍ਹਾਂ ਨੇ ਗੁਰਦਾਸ ਦੇ ਉੱਤੇ ਇਤਨਾ ਵਿਸ਼ਵਾਸ ਰੱਖਿਆ ਹੈ। ਧਿਆਨ ਕਰਿਓ, ਵਿਸ਼ਵਾਸ ਜਿਹੜਾ ਹੈ ਨਾ, ਔਰ ਖਾਸ ਤੌਰ ਜਿਹੜੀ ਪਰਸੈਪਸ਼ਨ ਬਣਦੀ ਹੈ, ਉਹ ਕਿਸੇ ਨਾ ਕਿਸੇ ਐਕਸ਼ਨ ਤੇ ਬਣਦੀ ਹੈ। ਉਹਨਾਂ ਦੇ ਕੋਲ ਵੀ ਫੀਡਬੈਕ ਗਿਆ ਹੋਣਾ ਕਿ ਗੁਰਦੁਆਰਾ ਸੈਨਿਕ ਵਿਹਾਰ ਦੇ ਵਿੱਚ ਕਿਸ ਤਰ੍ਹਾਂ ਦੀ ਸੇਵਾਵਾਂ ਚੱਲ ਰਹੀਆਂ ਹਨ। ਕਿਸ ਤਰ੍ਹਾਂ ਦੀ ਸੇਵਾ ਚੱਲ ਰਹੀ ਸੈਨਿਕ ਵਿਹਾਰ ਨੂੰ ਦੱਸੋਗੇ ਜਰਾ? ਦੇਖੋ, ਇਸ ਤਰ੍ਹਾਂ ਹੈ ਕਿ ਅਸੀਂ ਕਈ ਸਮੇਂ ਤੋਂ, ਕਈ ਸਾਲਾਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਕੰਜ਼ਰਵੇਟਿਵ ਅਸੀਂ ਰੂਪ ਅਪਣਾਇਆ ਹੋਇਆ। ਫੋਰ ਐਗਜ਼ਾਮਪਲ, ਅਸੀਂ ਕੇਵਲ ਔਰ ਕੇਵਲ ਆਪਣੀ ਸੇਵਾਵਾਂ ਲੰਗਰਾਂ ਤੱਕ, ਬਿਲਡਿੰਗਾਂ ਤੱਕ, ਸੋਨੇ ਤੱਕ ਹੀ ਸੀਮਿਤ ਰੱਖੀਆਂ ਹੋਈਆਂ। ਅਸੀਂ ਕਦੇ ਸੋਚਿਆ ਹੀ ਨਹੀਂ ਕਿ ਅਸੀਂ ਇਸ ਤੋਂ ਹਟ ਕੇ ਵੀ ਸੇਵਾ ਕਰ ਸਕਦੇ ਹਾਂ। ਪਹਿਲੀ ਵਾਰ ਦੇਖੋ, ਅੱਜ ਕੀ ਹੈ, ਕਹਿੰਦੇ ਚੇਂਜ ਇਜ਼ ਐਨ ਐਸੈਂਸ ਆਫ ਲਾਈਫ। ਇਨਸਾਨ ਨੂੰ ਚੇਂਜ ਹੋਣਾ ਬਹੁਤ ਜ਼ਰੂਰੀ ਹੈ। ਪਹਿਲੀ ਵਾਰ ਦਾਸ ਨੇ ਜਦੋਂ 2015 ਦੇ ਵਿੱਚ ਸੇਵਾ ਮਿਲੀ ਸੈਨਿਕ ਵਿਹਾਰ ਦੇ ਵਿੱਚ, ਆਊਟ ਆਫ ਬਾਕਸ ਸੋਚਿਆ ਕਿ ਹੋਰ ਕੀ ਕਰ ਸਕਦੇ ਹਾਂ ਜਿਹਦੇ ਨਾਲ ਸਮਾਜ ਦਾ ਫਾਇਦਾ ਹੋਏ, ਹੋਰ ਕੀ ਕਰ ਸਕਦੇ ਹਾਂ ਜਿਹਦੇ ਨਾਲ ਪੰਥ ਦਾ ਫਾਇਦਾ ਹੋਏ, ਹੋਰ ਐਸਾ ਕੀ ਕਰ ਸਕਦੇ ਹਾਂ ਜੋ ਸਾਡੇ ਗੁਰੂਆਂ ਨੇ ਸਾਡਾ ਮਾਰਗਦਰਸ਼ਨ ਕਰਦੇ ਹੋਏ ਸਾਨੂੰ ਸਿਖਾਇਆ। ਤਾਂ ਅਸੀਂ ਡਿਸਾਈਡ ਕੀਤਾ ਕਿਉਂ ਨਾ ਅਸੀਂ ਕੋਈ ਮੈਡੀਕਲ ਸੈਂਟਰ, ਇੱਕ ਐਸਾ ਮੈਡੀਕਲ ਸੈਂਟਰ ਜੋ ਕਿਸੇ ਨੇ ਕਦੀ ਆਈਡੀਆ ਵੀ ਕਨਸੀਵ ਨਾ ਕੀਤਾ ਹੋਏ। ਕੀ ਬਣਾਇਆ ਫਿਰ ਤੁਸੀਂ? ਅਸੀਂ ਇੱਥੇ ਜਿਹੜਾ ਹੈਗਾ ਕਿ ਅੱਜ ਕੱਲ੍ਹ ਕਿ ਕਿਡਨੀ ਇਸ਼ੂਜ਼, ਕਿਡਨੀ ਪ੍ਰੋਬਲਮਸ ਜਿਹੜੀਆਂ ਹਨ ਉਹ ਬਹੁਤ ਵੱਧ ਰਹੀਆਂ ਹਨ ਬਿਕੋਜ਼ ਆਫ ਸ਼ੂਗਰ, ਡਾਇਬਟੀਜ਼। ਔਰ ਇਹ ਸੇਵਾਵਾਂ ਆਮ ਤੌਰ ਦੇ ਉੱਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਬਹੁਤ ਲਿਮਿਟਡ ਹੈਗੀਆਂ। ਇੱਕ ਵਾਰੀ ਡਾਇਲਿਸਿਸ ਕਰਦੇ ਆ, ਭੇਜ ਦਿੰਦੇ ਆ। ਉਸ ਤੋਂ ਬਾਅਦ ਪੇਸ਼ੈਂਟ ਨੂੰ ਜਾਂ ਤਾਂ ਆਪਣੇ ਘਰ ਜਾ ਕੇ ਆਪਣਾ ਮੌਤ ਦਾ ਇੰਤਜ਼ਾਰ ਕਰਨਾ ਪੈਂਦਾ, ਜਾਂ ਜਿਹਨਾਂ ਕੋਲ ਸਮਰੱਥਾ ਹੈ ਉਹ ਪ੍ਰਾਈਵੇਟ ਹਸਪੀਟਲ ਜਾ ਕੇ ਆਪਣਾ ਇਲਾਜ ਕਰਾਉਂਦੇ ਆ। ਅਸੀਂ ਸੋਚਿਆ ਕਿ ਉਹ ਸਮਾਜ ਦਾ ਤਬਕਾ ਜਿਹੜੇ ਸਮਾਜ ਦੀ ਇਸ ਰੇਸ ਦੇ ਵਿੱਚ ਪਿੱਛੇ ਰਹਿ ਗਏ, ਕਿਉਂ ਨਾ ਅਸੀਂ ਉਹਨਾਂ ਵਾਸਤੇ ਕੁਝ ਕਰ ਸਕੀਏ। ਦੇਖੋ, ਬਿਮਾਰੀ ਕਿਸੇ ਨੂੰ ਕਦੀ ਪੁੱਛ ਕੇ ਨਹੀਂ ਆਉਂਦੀ। ਬਿਮਾਰੀ ਜਿਹੜੀ ਹੈ ਕਦੀ ਦਰਵਾਜ਼ਾ ਖਟਖਟਾ ਕੇ ਨਹੀਂ ਆਉਂਦੀ, ਉਹ ਕਿਸੇ ਨੂੰ ਵੀ ਆ ਸਕਦੀ ਹੈ ਔਰ ਕਿਸੇ ਟਾਈਮ ਵੀ ਆ ਸਕਦੀ ਹੈ। ਅਸੀਂ ਸੋਚਿਆ ਲੈਟ ਅਸ ਸਟਾਰਟ, ਲੈਟ ਅਸ ਥਿੰਕ ਆਊਟ ਆਫ ਬਾਕਸ। ਅਸੀਂ ਇਹ ਕਨਸੈਪਚੁਅਲਾਈਜ਼ ਕੀਤਾ ਆਈਡੀਆ ਕਿ ਅਸੀਂ ਇੱਥੇ ਡਾਇਲਿਸਿਸ ਸੈਂਟਰ ਖੋਲਾਂਗੇ। ਸਾਡਾ ਬਹੁਤ ਵਿਰੋਧ ਹੋਇਆ ਕਿ ਗੁਰਦੁਆਰਿਆਂ ਦੇ ਵਿੱਚ ਕਦੀ ਡਾਇਲਿਸਿਸ ਸੈਂਟਰ ਖੁੱਲ੍ਹੇ। ਇਸ ਤੋਂ ਪਹਿਲਾਂ ਅਸੀਂ ਫਿਜ਼ੀਓਥੈਰੇਪੀ ਸੈਂਟਰ ਖੋਲ੍ਹਿਆ। ਫਿਜ਼ੀਓਥੈਰੇਪੀ ਸੈਂਟਰ ਆਪਣੇ ਆਪ ਦੇ ਵਿੱਚ ਇਸ ਪੂਰੇ ਇਲਾਕੇ ਦੇ ਵਿੱਚ ਸਭ ਤੋਂ ਡਿਫਰੈਂਟ, ਅਲੱਗ, ਹਾਈਲੀ ਮਾਡਰਨਾਈਜ਼। ਡਾਇਲਿਸਿਸ ਵਾਸਤੇ ਜਦੋਂ ਸਾਨੂੰ ਅਪੋਜੀਸ਼ਨ ਆਈ, ਤਾਂ ਦੇਖੋ, ਜਦੋਂ ਤੁਸੀਂ ਕੁਝ ਕਰਨ ਜਾ ਰਹੇ ਹੋ ਨਾ, ਫਸਟ ਆਫ ਆਲ ਯੂ ਹੈਵ ਟੂ ਸੈਟ ਅ ਗੋਲ, then you have to have a conviction कि come what may, in spite of all oppositions, you have to keep your foot down कि ਇਹ ਕਰਨਾ ਹੈ ਤੇ ਕਰਨਾ ਹੈ। ਜਦੋਂ ਤੁਸੀਂ ਇਹ ਸੋਚੋਗੇ ਨਾ, ਮਹਾਰਾਜ ਬਾਣੀ 'ਚ ਵੀ ਕਹਿੰਦੇ ਨੇ, ਚਰਨ ਸਰਨ ਗੁਰੂ ਏਕ ਪਿੰਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ। ਮਹਾਰਾਜ ਵੀ ਤਾਂ ਹੀ ਸਹਾਈ ਹੁੰਦਾ ਜਦੋਂ ਤੁਸੀਂ ਉਸ ਆਈਡੀਏ ਨੂੰ ਇੰਪਲੀਮੈਂਟ ਕਰਨ ਦੀ ਪਾਵਰ ਰੱਖਦੇ ਹੋ। ਅਸੀਂ 2 ਮਸ਼ੀਨਾਂ ਤੋਂ ਸਟਾਰਟ ਕੀਤਾ, 4 ਹੋ ਗਈਆਂ, 6 ਹੋ ਗਈਆਂ, 8 ਹੋ ਗਈਆਂ। ਸਮਾਜ ਦਾ ਇੱਕ ਬਹੁਤ ਵੱਡਾ ਤਬਕਾ ਉਸਨੇ ਇਸ ਨੂੰ ਐਪਰੀਸ਼ੀਏਟ ਕੀਤਾ, ਨਾ ਕੇਵਲ ਹਿੰਦੁਸਤਾਨ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਇਹਨੂੰ ਐਪਰੀਸ਼ੀਏਟ ਕੀਤਾ। ਤੁਹਾਡਾ ਕਹਿਣ ਦਾ ਭਾਵ ਹੈਗਾ ਹੈ ਕਿ ਅੱਜ ਦਿੱਲੀ ਸਥਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹੜਾ 100 ਬੈੱਡ ਦਾ ਡਾਇਲਿਸਿਸ ਸੈਂਟਰ ਬਣਾ ਰਹੀ ਹੈ, ਕਿਤੇ ਨਾ ਤੁਹਾਡੇ ਤੋਂ ਪ੍ਰਭਾਵਿਤ ਹੋ ਕੇ ਬਣਾ ਰਹੀ ਹੈ? ਬਿਲਕੁਲ ਪ੍ਰੇਰਿਤ ਹੋ ਕੇ ਬਣਾ ਰਹੀ ਹੈ। ਉਹਨਾਂ ਨੇ ਸਾਡੇ ਕੋਲ ਪੁੱਛਿਆ ਵੀ, ਤਾਂ ਇਹਨੇ ਤੁਹਾਡੇ ਤੋਂ ਪੁੱਛਿਆ ਸੀ। ਜਾਣਨ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਇਹਨੂੰ ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋ। ਅਸੀਂ ਉਹਨਾਂ ਨੂੰ ਸ਼ਾਰਟ ਦੇ ਵਿੱਚ ਬਹੁਤ ਕੁਝ ਕਿਹਾ ਕਿ ਦੱਸੋ ਸੰਗਤ ਨੂੰ। ਦੇਖੋ, ਇਸ ਤਰ੍ਹਾਂ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤੇ ਇਹ ਨਾ ਸੋਚੋ ਇਹ ਤੁਸੀਂ ਕਰੋਗੇ। ਕੋਈ ਵੀ ਸੇਵਾ, ਕੋਈ ਅਗਰ ਇੰਡੀਵਿਜੂਅਲ ਸੋਚਦਾ ਨਾ ਕਿ ਮੈਂ ਕੀਤਾ, ਤੇ ਸਭ ਤੋਂ ਵੱਡਾ ਭੁਲੇਖਾ ਇਸ ਗੱਲ ਦਾ ਹੈ। ਤੁਸੀਂ ਕੇਵਲ ਇੱਕ ਸੋਚ ਨੂੰ ਅੱਗੇ ਰੱਖਣਾ, ਉਸ ਤੋਂ ਬਾਅਦ ਗੁਰੂ ਨੇ ਆਪ ਸਹਾਈ ਹੋਣਾ। ਉਸ ਗੁਰੂ ਨੇ ਆਪ ਆ ਕੇ ਤੁਹਾਡੇ ਕੰਧੇ ਦੇ ਉੱਤੇ ਹੱਥ ਰੱਖਣਾ ਔਰ ਤੁਹਾਡੀ ਮਦਦ ਕਰਨੀ ਹੈ। ਅਸੀਂ ਕੇਵਲ ਔਰ ਕੇਵਲ ਉਹਨਾਂ ਦੱਸਿਆ ਕਿ ਅਸੀਂ ਜਦੋਂ ਦਾ ਸਟਾਰਟ ਕੀਤਾ ਹੈ, ਨਾ ਕੇਵਲ ਇੱਥੇ ਸੇਵਾ ਹੋ ਰਹੀ ਹੈ, ਬਲਕਿ ਗੁਰਦੁਆਰੇ ਦੀ ਜਿਹੜੀ ਗੋਲਕ ਹੈ ਉਹ ਵੀ ਬਹੁਤ ਵੱਧ ਗਈ ਹੈ। ਇੱਕ ਤਾਂ ਫੁੱਟਫਾਲ ਵੱਧ ਗਿਆ, ਇੱਕ ਮਿਨੀਮਮ ਅਸੀਂ ਜੋ ਮਾਰਜਨ ਰੱਖਿਆ ਹੋਇਆ ਹੈ, ਉਹਦੇ ਨਾਲ ਅਸੀਂ ਗਰੀਬ ਪੇਸ਼ੈਂਟ ਦੀ ਹੋਰ ਅੱਗੇ ਦੀ ਸੇਵਾ ਵਧਾ ਰਹੇ ਹਾਂ। ਅਤੇ ਤੁਸੀਂ ਇਹ ਨਾ ਸੋਚ ਕੇ ਚੱਲੋ ਕਿ ਸ਼ੁਰੂਆਤ ਦੇ ਵਿੱਚ ਹੀ ਕਿ ਜੀ ਕੀ ਹੋ ਜਾਏਗਾ। ਨੋ, ਹੈਵਨ ਵਿਲ ਨਾਟ ਫਾਲ। ਬਹੁਤ ਕੀ ਹੋਏਗਾ, ਉਹ ਕਾਮਯਾਬੀ ਨਹੀਂ ਹੋਏਗੀ। ਤੁਸੀਂ ਅਗਰ ਆਪਣੀ ਪਰਸਿਸਟੈਂਸ ਰੱਖੋਗੇ, ਉਹਦੇ 'ਚ ਪਰਸੀਵਰੈਂਸ ਰੱਖੋਗੇ, ਇਹ ਤੈਅ ਹੈ ਕਿ ਤੁਹਾਨੂੰ ਗੁਰੂ ਆਪ ਸਹਾਈ ਹੋਏਗਾ, ਕਾਮਯਾਬ ਕਰੇਗਾ। ਇੱਕ ਸਵਾਲ ਮੇਰਾ ਹੋਰ ਸੀ, ਥੋੜਾ ਇਲੈਕਸ਼ਨ ਦਾ ਟਾਈਮ ਹੈਗਾ, ਥੋੜਾ ਪੋਲੀਟੀਕਲ ਗੱਲ ਵੀ ਕਰ ਲਈਏ।
ਤੁਹਾਡੇ ਸਾਹਮਣੇ ਇਸ ਵਾਰ ਦੋ ਧੁਰੰਧਰ ਜਿਹੜੇ ਚੁਣਾਵ ਆਪਸ 'ਚ ਲੜਦੇ ਸੀ, ਦੋਨੋਂ ਇੱਕ ਪਾਸੇ ਖੜੇ ਹੋ ਗਏ ਨੇ ਔਰ ਤੁਸੀਂ ਬਿਲਕੁਲ ਨਵੇਂ ਹੈਗੇ ਹੋ। ਕਿਵੇਂ ਮੁਕਾਬਲਾ ਕਰੋਗੇ? ਮੈਂ ਗੱਲ ਕਰ ਰਿਹਾ ਐਮਪੀਐਸ ਚੱਡਾ ਤੇ ਭਜਨ ਸਿੰਘ ਵਾਲੀਆ ਜੀ ਦੀ। ਦੇਖੋ ਇਸ ਤਰ੍ਹਾਂ ਹੈ ਕਿ ਚੈਲੰਜਸ ਜਿਹੜੇ ਨਾ ਉਹ ਲਾਈਫ ਦੇ ਵਿੱਚ ਆਉਂਦੇ ਰਹਿੰਦੇ ਹੈ। ਤੁਸੀਂ ਇਹ ਨਾ ਸਮਝਣਾ ਕਿ ਹਮੇਸ਼ਾ ਤੁਹਾਡੀ ਲਾਈਫ ਜਿਹੜੀ ਸਮੂਥ ਚੱਲੇਗੀ। ਇਹ ਜੇ ਚੈਲੰਜਸ ਆਉਂਦੇ ਨਾ, ਇਹ ਚੈਲੰਜਸ ਹੀ ਤੁਹਾਡੀ ਸ਼ਖਸੀਅਤ ਨੂੰ ਇੰਪਰੂਵ ਕਰਦੇ ਹੈ। ਯੂ ਗੈਟ ਐਨ ਅਪੋਰਚੁਨਿਟੀ ਟੂ ਪ੍ਰੂਵ ਯੋਰ ਵਰਥ। ਅਗਰ ਚੈਲੰਜਸ ਨਾ ਆਉਣ, ਅਗਰ ਸਟੇਟਸ ਕਿਉਂ ਹੀ ਚੱਲਦਾ ਰਹੇ, ਤੇ ਤੁਸੀਂ ਉਸ ਖੜੇ ਪਾਣੀ ਅੱਕਣ ਹੈਗੇ ਹੋ ਜਿਹਦੇ 'ਚ ਕਾਈ ਜੰਮੀ ਹੋਈ ਹੈ। ਮੈਂ ਕਿਸੇ ਦੇ ਬਾਰੇ 'ਚ ਕੋਈ ਗਲਤ ਗੱਲ ਨਹੀਂ ਬੋਲਣਾ ਚਾਹੁੰਦਾ। ਤੁਸੀਂ ਸਭ ਜਾਣਦੇ ਹੋ ਮੇਰਾ 24 ਸਾਲ ਦੀ ਐਸੋਸੀਏਸ਼ਨ ਸੀ, 25 ਸਾਲ ਦੀ ਐਸੋਸੀਏਸ਼ਨ, ਠੀਕ ਹੈ ਨਾ। ਅਸੀਂ ਉਹਨਾਂ ਨੇ ਆਪਣੀ ਪਹਿਲਾ ਇਲੈਕਸ਼ਨ ਲੜਿਆ ਅਕਾਲੀ ਦਲ ਬਾਦਲ ਤੋਂ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਮੰਡਲ ਅਧਿਕਸ਼ ਬਣ ਗਏ ਬੀਜੇਪੀ ਦੇ। ਦੇਖਣਾ ਕੰਟਰਾਸਟ ਕੀ ਹੈ। ਜਦੋਂ ਉਹਨਾਂ ਨੇ ਇਹ ਇਲੈਕਸ਼ਨ ਲੜਿਆ ਬਾਦਲ ਤੋਂ, ਅਸੀਂ ਉਹਨਾਂ ਨਾਲ ਸੀਗੇ। ਬੀਜੇਪੀ 'ਚ ਗਏ, ਅਸੀਂ ਉਹਨਾਂ ਦੇ ਨਾਲ ਸੀਗੇ। ਹੀ ਸ਼ਿਫਟਡ ਹਿਸ ਪ੍ਰਾਇੋਰਟੀ ਟੂ ਕਾਂਗਰਸ ਇਨ ਸਪਾਈਟ ਆਫ 84 ਰॉयट्स। ਸਾਨੂੰ ਉਹਨਾਂ ਦਾ ਟਰਸਟ ਸੀਗਾ, ਸਾਨੂੰ ਫੇਥ ਸੀਗਾ। ਅਸੀਂ ਆਪਣੀ ਲਾਇਲਟੀ ਕਾਂਗਰਸ ਤੇ ਸ਼ਿਫਟ ਕੀਤੀ। ਹੀ ਅਗੇਨ ਕੇਮ ਬੈਕ ਟੂ ਅਕਾਲੀ ਦਲ ਦਿੱਲੀ ਸਰਨਾ ਸਾਹਿਬ, ਠੀਕ ਹੈ। ਅੱਜ ਮਤਲਬ ਇੱਕ ਇਨਸਾਨ ਆਪਣੇ ਪਰਸਨਲ ਇੰਟਰਸਟ ਦੇ ਲਈ ਆਪਣੇ ਸਾਥੀਆਂ ਨੂੰ ਵੀ ਡੰਪ ਕਰ ਸਕਦਾ ਹੈ। ਉਹ ਅੱਜ ਪ੍ਰੂਵ ਹੋਇਆ। ਅੱਜ ਬੈਕ ਟੂ ਸਕੁਅਰ ਭਜਨ ਸਿੰਘ ਵਾਲੇ ਦੀ ਗੱਲ ਕਰ ਰਹੇ ਹੋ? ਨਾਮ ਨਹੀਂ ਲੈ ਰਿਹਾ। ਦੇਖੋ ਇਹ ਤੁਸੀਂ ਲੈ ਰਹੇ ਹੋ, ਮੈਂ ਨਾਮ ਨਹੀਂ ਲੈ ਰਿਹਾ, ਬਟ ਦਿਸ ਇਜ਼ ਵਾਟ ਇਜ਼ ਫੈਕਟ। ਇਹ ਮੈਂ ਉਸ ਵਿਅਕਤੀ ਦੀ ਗੱਲ ਕਰ ਰਿਹਾ। ਐਮਪੀਐਸ ਚੱਡਾ ਮੈਂ ਤੇ ਨਾਲ ਲੈ ਕੇ ਗੱਲ ਕਰ ਸਕਦਾ। ਮੈਂ ਐਮਪੀਐਸ ਚੱਡਾ ਹੁਣ ਡਬਲ ਪਾਵਰ ਨਾਲ ਹੋ ਗਏ ਕਿ ਨਹੀਂ ਹੋ ਗਏ? ਇਹ ਤੇ ਸਮਾਂ ਦੱਸੇਗਾ। ਯੂ ਕੈਨੋਟ ਡਿਸਾਈਡ ਰਾਈਟ ਨਾਓ। ਟਾਈਮ ਅਜੇ 2 ਮਹੀਨੇ ਹੈ। ਸੰਗਤ ਇਹ ਨਾ ਸਮਝਣਾ ਕਿ ਸੰਗਤ ਕੁਝ ਸਮਝਦੇ ਨਹੀਂ। ਸੰਗਤ ਬਹੁਤ ਸਿਆਣੀ ਹੈ, ਵੋਟਰ ਬਹੁਤ ਸਿਆਣਾ ਹੈ। ਨੈਵਰ ਐਵਰ ਅੰਡਰ ਐਸਟੀਮੇਟ ਦਾ ਵਿਊ ਪੁਆਇੰਟ ਆਫ ਸੰਗਤ ਐਂਡ ਵੋਟਰ। ਇਹ ਸੋਚਦੇ ਨੇ ਕਿ ਅਸੀਂ ਡਿਨਰ ਖਵਾ ਕੇ, ਚਾਹ ਪਿਲਾ ਕੇ, ਪੈਸੇ ਵੰਡ ਕੇ, दारू ਵੰਡ ਕੇ ਅਸੀਂ ਸੰਗਤਾਂ ਨੂੰ ਜਿਸ ਤਰ੍ਹਾਂ ਜਿਹਦਾ ਮੂੰਹ ਉਸ ਤਰ੍ਹਾਂ ਥੱਪੜ ਮਾਰ ਕੇ ਅਸੀਂ ਉਹਨਾਂ ਕੋਲ ਵੋਟ ਲੈ ਲਾਂਗੇ। ਟਾਈਮ ਹੈਜ਼ ਗੋਨ। ਉਹ ਟਾਈਮ ਹੁਣ ਨਹੀਂ ਰਿਹਾ। ਹੁਣ ਸੰਗਤ ਬਹੁਤ ਸਿਆਣੀ ਹੈ। ਸੰਗਤ ਜੀ ਤੁਸੀਂ ਦੇਖਿਆ ਸਾਡੇ ਨਾਲ ਮਾਰਵਾ ਜੀ ਮੌਜੂਦ ਹੈਗੇ ਸੀ, ਜਿਨ੍ਹਾਂ ਨੂੰ ਹਲੇ ਨਵੀਂ ਟਿਕਟ ਅਨਾਉਂਸਮੈਂਟ ਹੋਈ ਹੈ ਪ੍ਰੀਤਮਪੁਰਾ ਇਲਾਕੇ ਤੋਂ। ਦੇਖਦੇ ਰਹੋ ਵੌਇਸ ਆਫ ਇੰਡੀਆ ਦੇ ਨਾਲ। ਇਹਨਾਂ ਦੇ ਵਿਚਾਰ ਅਸੀਂ ਜਾਣਦੇ ਰਵਾਂਗੇ ਕਿ ਇਹਨਾਂ ਦਾ ਵਿਊ ਪੁਆਇੰਟ ਕੀ ਰਹੇਗਾ, ਕਿਉਂਕਿ ਇਹਨਾਂ ਦਾ ਕਲੇਮ ਹੈਗਾ ਕਿ ਦਿੱਲੀ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਪਹਿਲਾ ਡਾਇਲਿਸਿਸ ਸੈਂਟਰ ਜਿਹੜਾ ਖੋਲ੍ਹਿਆ ਸੀ ਉਹ ਇਹਨਾਂ ਦੇ ਕਮੇਟੀ ਦੇ ਖੋਲ੍ਹਿਆ ਸੀ, ਤੇ ਜਿਹੜਾ ਹੁਣ 100 ਬੈੱਡ ਦਾ ਡਾਇਲਿਸਿਸ ਸੈਂਟਰ ਬਣਿਆ ਉਹਨਾਂ ਦੇ ਉੱਤੇ ਵੀ ਇਹਨਾਂ ਦੀ ਹੀ ਗਾਈਡੈਂਸ ਸੀ। ਦੇਖਦੇ ਰਹੋ ਵੌਇਸ ਆਫ ਇੰਡੀਆ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।